ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਬੁਲੇਟਿਨ ਵਿੱਚ ਸਾਰਿਆਂ ਦਾ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਵਿਨੀਪੈਗ ਵਿੱਚ 14 ਸਾਲ ਦੇ ਨੌਜਵਾਨ ਨੇ ਚਲਾਈਆਂ ਵੱਖੋ-ਵੱਖਰੀਆਂ ਥਾਵਾਂ ਤੇ ਗੋਲੀਆਂ, ਕਤਲ ਸਮੇਤ ਕਈ ਮਾਮਲੇ ਦਰਜ। ਦੱਸਾਂਗੇ ਕਿਵੇਂ ਕਿੰਨਾ ਘਟਨਾਵਾਂ ਨੂੰ ਦਿੱਤਾ ਅੰਜਾਮ। ਇੰਗਲੈਂਡ ਨੇ ਉਹਨਾਂ ਦੇਸ਼ਾਂ ਦੀ ਸੂਚੀ ਕੀਤੀ ਜਾਰੀ ਜਿੱਥੇ ਤੋਂ ਆਉਂਦੇ ਯਾਤਰੀਆਂ ਨੂੰ 14 ਦਿਨ ਦੇ ਲਈ ਵੱਖਰੇ ਤੌਰ ਤੇ ਰਹਿਣ ਦੀ ਲੋੜ ਨਹੀਂ। ਇਨ੍ਹਾਂ ਦੇਸ਼ਾਂ ਵਿੱਚ ਕੈਨੇਡਾ, ਅਮਰੀਕਾ ਨੂੰ ਨਹੀਂ ਕੀਤਾ ਗਿਆ ਸ਼ਾਮਲ। ਕੈਨੇਡਾ ਵਿੱਚ ਇੱਕ ਰਿਪੋਰਟ ਰਾਹੀਂ ਕੀਤਾ ਗਿਆ ਦਾਅਵਾ, ਬਜ਼ੁਰਗਾਂ ਦਾ ਕੇਅਰ ਹੋਮਸ ਵਿੱਚ ਧਿਆਨ ਰੱਖਣ ਲਈ ਫੇਲ ਰਿਹਾ ਕੈਨੇਡਾ। ਦੱਸਾਂਗੇ ਹੋਰ ਕੀ ਕੁਝ ਹੋਏ ਖੁਲਾਸੇ। ਜੂਨ 30 ਦੀ ਅੱਧੀ ਰਾਤ ਤੱਕ ਰਾਜਨੀਤਿਕ ਪਾਰਟੀਆਂ ਨੇ ਦੇਣਾ ਸੀ 2019 ਦੇ ਵਿੱਚ ਚੋਣਾਂ ਦੌਰਾਨ ਕੀਤੇ ਖਰਚੇ ਦਾ ਵੇਰਵਾ। ਵੱਡੀਆਂ ਪਾਰਟੀਆਂ ਵਿੱਚ ਲਿਬਰਲ ਪਾਰਟੀ ਨੇ ਹੀ ਦਿੱਤੀ ਹੈ ਹਜੇ ਰਿਪੋਰਟ। ਦੱਸਾਂਗੇ ਪੂਰੀ ਜਾਣਕਾਰੀ। ਜਿਹੜੀ ਸੰਸਥਾ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤਾ ਸੀ ਵਿਦਿਆਰਥੀਆਂ ਦੇ ਲਈ ਗ੍ਰਾਂਟ ਵਾਲੇ ਪ੍ਰੋਗਰਾਮ ਨੂੰ ਸਾਂਭਣ ਦਾ ਜ਼ਿੰਮਾ, ਹੁਣ WE ਸੰਸਥਾ ਨਹੀਂ ਕਰੇਗੀ ਇਸ ਤੇ ਕੰਮ। ਦੱਸਾਂਗੇ ਇਸ ਦੇ ਲਈ ਕਿਵੇਂ ਸਵਾਲਾਂ 'ਚ ਘਿਰੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ। ਮੈਨੀਟੋਬਾ ਵਿੱਚ PR ਦੇ ਲਈ 125 ਪ੍ਰਵਾਸੀਆਂ ਨੂੰ ਭੇਜੀਆਂ ਗਈਆਂ ਚਿੱਠੀਆਂ। ਦੱਸਾਂਗੇ ਕਿੰਨਾ ਰਿਹਾ ਘੱਟੋ-ਘੱਟ ਸਕੋਰ ਤੇ ਮੈਨੀਟੋਬਾ 2020 ਦੇ ਵਿੱਚ ਕਿੰਨੇ ਵਿਅਕਤੀਆਂ ਨੂੰ ਦੇ ਚੁੱਕਿਆ ਹੈ ਪੱਕੇ ਕਰਨ ਦੇ ਲਈ ਚਿੱਠੀਆਂ। ਬ੍ਰਿਟਿਸ਼ ਕੋਲੰਬੀਆ ਦੇ ਇੱਕ ਹਿਊਸਟਨ ਤੇ ਇੱਕ ਪ੍ਰਿੰਸ ਜਾਰਜ ਦੇ ਵਿੱਚ ਕਤਲ। ਦੱਸਾਂਗੇ ਕੀ ਹੈ ਪੂਰਾ ਮਾਮਲਾ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਵਿਨੀਪੈਗ ਵਿੱਚ ਇੱਕ 14 ਸਾਲਾ ਨੌਜਵਾਨ ਨੇ ਕਈ ਥਾਵਾਂ ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਕਈ ਵਿਅਕਤੀ ਜ਼ਖਮੀ ਹੋਏ ਤੇ ਇੱਕ ਕਤਲ ਵੀ ਹੋਇਆ। ਕਤਲ ਦੇ ਮਾਮਲੇ ਵਿੱਚ ਤੇ ਹੋਰ ਮਾਮਲਿਆਂ ਵਿੱਚ ਉਸ 14 ਸਾਲਾ ਨੌਜਵਾਨ ਦੇ ਉੱਤੇ ਕਈ ਮਾਮਲੇ ਦਰਜ ਕੀਤੇ ਗਏ ਨੇ, ਜਿਸ ਨੂੰ ਕਿ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ। ਵਿਨੀਪੈਗ ਪੁਲਿਸ ਦੇ ਵੱਲੋਂ ਜਿਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ, ਉਸ ਦੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਖੁਦ ਦੱਸਿਆ ਕਿ ਉਹ ਵੀ ਬਹੁਤ ਜ਼ਿਆਦਾ ਹੈਰਾਨ ਨੇ, ਕਿਉਂਕਿ ਵਿਨੀਪੈਗ ਵਿੱਚ ਇੱਕ 14 ਸਾਲ ਦੇ ਨੌਜਵਾਨ ਦੇ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ ਕਈ ਜ਼ਖਮੀ ਹੋਏ ਤੇ ਇੱਕ 27 ਸਾਲਾ ਔਰਤ ਦੀ ਇਸ ਦੇ ਵਿੱਚ ਮੌਤ ਵੀ ਹੋਈ ਹੈ। ਜਿਸ ਤੋਂ ਬਾਅਦ ਮੌਤ ਦੇ ਮਾਮਲੇ ਦੇ ਵਿੱਚ 14 ਸਾਲਾ ਨੌਜਵਾਨ ਦੇ ਉੱਤੇ ਫਰਸਟ ਡਿਗਰੀ ਮਰਡਰ ਚਾਰਜ ਲੱਗ ਗਏ ਨੇ ਤੇ ਨਾਲ ਹੀ ਹੋਰ ਕਾਫੀ ਜ਼ਿਆਦਾ ਮਾਮਲੇ ਦਰਜ ਉਸ ਦੇ ਖਿਲਾਫ ਕੀਤੇ ਗਏ ਨੇ, ਕਿਉਂਕਿ ਵਿਨੀਪੈਗ ਵਿੱਚ ਉਸਨੇ ਕਈ ਥਾਵਾਂ ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ 5 ਵਿਅਕਤੀ ਜ਼ਖਮੀ ਹੋ ਗਏ। ਬੁੱਧਵਾਰ ਨੂੰ ਸਵੇਰੇ 3:15 ਦੇ ਉੱਤੇ ਫਲੋਰਾ ਐਵੇਨਿਊ ਦੇ ਉੱਤੇ 2 ਵਾਰ ਗੋਲੀਆਂ ਚਲੀਆਂ ਸੀ। ਇਸ ਦੇ ਬਾਰੇ ਪੁਲਿਸ ਨੇ ਕਿਹਾ ਕਿ ਉਸੇ ਨੌਜਵਾਨ ਨੇ ਗੋਲੀਆਂ ਚਲਾਈਆਂ ਸਨ, ਜਿਸ ਤੋਂ ਬਾਅਦ ਬੁੱਧਵਾਰ ਨੂੰ ਹੀ 27 ਸਾਲਾ ਡੌਨ ਕੋਟੇ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਇੱਕ 18 ਸਾਲਾ ਵਿਅਕਤੀ ਜੋ ਕਿ ਉਸ ਔਰਤ ਦੇ ਨਾਲ ਮੌਜੂਦ ਸੀ, ਉਸ ਨੂੰ ਵੀ ਗੋਲੀ ਲੱਗੀ, ਪਰ ਉਹ ਬਾਅਦ ਵਿੱਚ ਸਹੀ ਹਾਲਤ ਵਿੱਚ ਪਾਇਆ ਗਿਆ, ਪਰ ਉਹ ਜ਼ਖਮੀ ਜ਼ਰੂਰ ਹੈ। ਇਸ ਤੋਂ ਬਾਅਦ ਜੋ 44 ਸਾਲ ਦੇ ਵਿਅਕਤੀ ਨੂੰ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ, ਜੋ TV ਪੰਜਾਬ ਦੇ ਉੱਤੇ ਤੁਹਾਨੂੰ ਖਬਰ ਵੀ ਦੱਸੀ ਸੀ ਕਿ ਵਿਨੀਪੈਗ ਵਿੱਚ ਇੱਕ 44 ਸਾਲ ਦੇ ਵਿਅਕਤੀ ਦੀ ਵਾਹਨ ਦੇ ਨਾਲ ਟੱਕਰ ਹੋ ਗਈ, ਪਰ ਜਦੋਂ ਬਾਅਦ 'ਚ ਪੁਲਿਸ ਨੇ ਦੇਖਿਆ ਤਾਂ ਉਸ ਨੂੰ ਗੋਲੀ ਲੱਗੀ ਹੋਈ ਸੀ। ਉਹ ਉਹੀ ਵਿਅਕਤੀ ਸੀ। ਬੈਲਮੋਰਲ ਸਟਰੀਟ ਦੇ ਉੱਤੇ ਉਸ ਨੂੰ ਵੀ ਗੋਲੀ ਮਾਰੀ ਗਈ ਸੀ 14 ਸਾਲ ਦੇ ਨੌਜਵਾਨ ਦੇ ਵੱਲੋਂ। ਜਿਸ ਤੋਂ ਬਾਅਦ ਗੋਲੀ ਲੱਗੀ ਹੋਈ ਹਾਲਤ ਵਿੱਚ ਉਹ ਕਾਫੀ ਜ਼ਖਮੀ ਸੀ ਤੇ ਉਹ ਇੱਕ ਵਾਹਨ ਨਾਲ ਟਕਰਾ ਗਿਆ ਸੀ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਉਹ ਜ਼ਖਮੀ ਹੈ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਜਿਸ ਤੋਂ ਬਾਅਦ ਇਸ ਨੌਜਵਾਨ ਦੇ ਉੱਤੇ ਇੱਕ 40 ਸਾਲ ਦੇ ਵਿਅਕਤੀ ਦੇ ਉੱਤੇ ਵੀ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਤੇ ਉਸ ਤੇ ਚਾਕੂ ਵੀ ਮਾਰਿਆ ਗਿਆ, ਜੋ ਕਿ ਵੀਰਵਾਰ ਨੂੰ ਅੱਧੀ ਰਾਤ ਦਾ ਮਾਮਲਾ ਹੈ, ਜਦੋਂ 40 ਸਾਲ ਦੇ ਵਿਅਕਤੀ ਦੇ ਚਾਕੂ ਤੇ ਗੋਲੀ ਦੋਵੇਂ ਇਸ ਨੌਜਵਾਨ ਨੇ ਮਾਰੇ, ਪਰ ਉਸ ਦੀ ਵੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਚੌਥੀ ਗੋਲੀ ਚੱਲਣ ਦੀ ਘਟਨਾ ਦੇ ਬਾਰੇ ਵੀ ਉਹਨਾਂ ਨੂੰ ਪਤਾ ਲੱਗਿਆ, ਜੋ ਕਿ ਪਹਿਲਾਂ ਵਾਪਰੀ ਸੀ, ਪਰ ਜਾਣਕਾਰੀ ਉਹਨਾਂ ਨੂੰ ਬਾਅਦ ਵਿੱਚ ਮਿਲੀ। ਇਸ ਵਾਰ ਗੋਲੀ ਇੱਕ ਔਰਤ ਦੇ ਲੱਗੀ ਸੀ, ਜਿਸ ਦੇ ਵਿੱਚ ਔਰਤ ਦੀ ਪਛਾਣ ਹਜੇ ਨਹੀਂ ਦੱਸੀ ਗਈ ਹੈ। ਤਾਂ ਪੁਲਿਸ ਨੇ ਕਿਹਾ ਕਿ ਉਸ ਤੇ ਗੋਲੀ 14 ਸਾਲ ਦੇ ਨੌਜਵਾਨ ਦੇ ਵੱਲੋਂ ਮਾਰੀ ਗਈ ਸੀ। ਉਹ ਇੱਕ ਹੋਰ ਵਿਅਕਤੀ ਨਾਲ ਮੌਜੂਦ ਸੀ ਤੇ ਉੱਥੇ ਚਲੇ ਗਏ ਸਨ, ਪਰ ਉਸ ਦੀ ਹਾਲਤ ਵੀ ਠੀਕ ਹੈ। ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਵੀਰਵਾਰ ਦੀ ਦੁਪਹਿਰ ਨੂੰ ਪੁਲਿਸ ਨੇ 14 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੇ ਕੋਲੋਂ ਇੱਕ ਪਿਸਤੌਲ ਵੀ ਮਿਲੀ ਹੈ। ਪੁਲਿਸ ਦਾ ਮੰਨਣਾ ਹੈ ਕਿ ਉਸੇ ਪਿਸਤੌਲ ਨਾਲ ਨੌਜਵਾਨ ਨੇ ਗੋਲੀਆਂ ਚਲਾਈਆਂ ਨੇ। ਨੌਜਵਾਨ ਨਾਬਾਲਗ ਹੈ, ਜਿਸ ਕਰਕੇ ਉਸ ਦਾ ਨਾਮ ਜਨਤਕ ਨਹੀਂ ਕੀਤਾ ਜਾ ਸਕਦਾ, ਪੁਲਿਸ ਦੇ ਵੱਲੋਂ ਕਿਹਾ ਗਿਆ ਹੈ, ਪਰ ਉਸ ਦੀ ਉਮਰ ਜ਼ਰੂਰ ਦੱਸੀ ਗਈ ਹੈ ਤੇ ਨਾਲ ਹੀ ਉਸ ਦੇ ਉੱਤੇ ਕਈ ਮਾਮਲੇ ਦਰਜ ਹੋ ਗਏ ਨੇ। ਤੇ ਪੁਲਿਸ ਨੇ ਵੀ ਕਿਹਾ ਕਿ ਉਹ ਕਾਫੀ ਜ਼ਿਆਦਾ ਹੈਰਾਨ ਨੇ ਕਿ ਇੰਨੀ ਘੱਟ ਉਮਰ ਦੇ ਵਿੱਚ ਅਜਿਹੇ ਮਾਮਲਿਆਂ ਨੂੰ ਅੰਜਾਮ ਦੇਣ ਦੇ ਬਾਰੇ ਉਹ ਸੋਚ ਵੀ ਕਿਵੇਂ ਸਕਦਾ ਹੈ। ਜਿਸ ਤੋਂ ਬਾਅਦ ਵਿਨੀਪੈਗ ਦੇ ਵਾਸੀਆਂ ਦੇ ਵਾਸਤੇ ਵੀ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਪੁਲਿਸ ਅਧਿਕਾਰੀ ਇਸ ਦੀ ਫਿਕਰ ਕਰਦੇ ਨੇ ਕਿ ਭਾਈਚਾਰੇ ਦੇ ਵਿੱਚ ਕੁਝ ਅਜਿਹਾ ਵਾਪਰਿਆ, ਜਿਸ ਤੋਂ ਬਾਅਦ ਹੋਰ ਜ਼ਿਆਦਾ ਮਾਮਲਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ
ਤੇ ਹੋਰ ਜ਼ਿਆਦਾ ਸੁਰੱਖਿਆ ਦਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਭਵਿੱਖ ਵਿੱਚ ਅਜਿਹਾ ਕਦੀ ਨਾ ਹੋਵੇ। ਇਸ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ, ਜੋ ਕਿ ਇੰਗਲੈਂਡ ਦੇ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਹੈ। ਉਸ ਸੂਚੀ ਦੇ ਵਿੱਚ ਅਮਰੀਕਾ ਤੇ ਕੈਨੇਡਾ ਨੂੰ ਸ਼ਾਮਲ ਨਹੀਂ ਕੀਤਾ ਗਿਆ। ਦਰਅਸਲ ਇਹ ਉਹਨਾਂ ਦੇਸ਼ਾਂ ਦੀ ਸੂਚੀ ਹੈ ਜਿਨ੍ਹਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ 14 ਦਿਨ ਵਾਸਤੇ ਵੱਖਰੇ ਤੌਰ ਦੇ ਉੱਤੇ ਰਹਿਣ ਦੀ ਲੋੜ ਨਹੀਂ ਹੈ, ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹ ਦੇਸ਼ ਜਿਨ੍ਹਾਂ ਦਾ ਜ਼ਿਕਰ ਅਸੀਂ ਤੁਹਾਨੂੰ ਇੱਕ ਰਿਪੋਰਟ ਦੇ ਵਿੱਚ ਵੀ ਦਿਖਾਵਾਂਗੇ ਕਿ ਉਹਨਾਂ ਦੇਸ਼ਾਂ ਤੋਂ ਜਿਹੜੇ ਵੀ ਵਿਅਕਤੀ ਆਉਂਦੇ ਨੇ ਉਹ ਕਰੋਨਾ ਵਾਇਰਸ ਤੋਂ ਜ਼ਿਆਦਾ ਪ੍ਰਭਾਵਿਤ ਨਹੀਂ ਹੋ ਸਕਦੇ, ਜਿਸ ਕਰਕੇ 14 ਦਿਨ ਵਾਸਤੇ ਉਹਨਾਂ ਨੂੰ ਵੱਖਰੇ ਤੌਰ ਤੇ ਰਹਿਣ ਦੀ ਲੋੜ ਨਹੀਂ ਹੈ ਤੇ ਬਾਕੀ ਦੇਸ਼ ਨੇ ਜਿਹੜੇ ਉਹ ਸੂਚੀ ਸ਼ਾਮਲ ਨਹੀਂ ਨੇ ਉਹਨਾਂ ਨੂੰ ਰਹਿਣਾ ਪਵੇਗਾ ਤੇ ਇਸ ਸੂਚੀ ਦੇ ਵਿੱਚ ਅਮਰੀਕਾ ਤੇ ਕੈਨੇਡਾ ਸ਼ਾਮਲ ਨਹੀਂ ਹੈ। ਬ੍ਰਿਟੇਨ ਨੇ ਕੁਝ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ। ਉਸ ਸੂਚੀ ਮੁਤਾਬਕ ਉਹਨਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ 14 ਦਿਨ ਵਾਸਤੇ ਆਪਣੇ ਆਪ ਨੂੰ ਵੱਖਰੇ ਤੌਰ ਦੇ ਉੱਤੇ ਰੱਖਣ ਦੀ ਲੋੜ ਨਹੀਂ ਹੈ। ਬ੍ਰਿਟੇਨ ਨੇ ਉਹਨਾਂ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ ਜਿੱਥੇ ਕਰੋਨਾ ਵਾਇਰਸ ਦਾ ਖਤਰਾ ਸਭ ਤੋਂ ਘੱਟ ਹੈ, ਜਿਸ ਦੇ ਵਿੱਚ ਅਮਰੀਕਾ ਤੇ ਕੈਨੇਡਾ ਦਾ ਨਾਮ ਨਹੀਂ ਸ਼ਾਮਲ ਹੈ। ਸ਼ੁੱਕਰਵਾਰ ਨੂੰ ਬ੍ਰਿਟਿਸ਼ ਸਰਕਾਰ ਦੇ ਵੱਲੋਂ ਇਸ ਐਲਾਨ ਨੂੰ ਕੀਤਾ ਗਿਆ, ਜਿਨ੍ਹਾਂ ਨੇ ਕਿਹਾ ਕਿ ਉਹ 2 ਹਫ਼ਤਿਆਂ ਦੇ ਵਾਸਤੇ ਖੁਦ ਨੂੰ ਵੱਖਰੇ ਤੌਰ ਦੇ ਉੱਤੇ ਰੱਖਣ ਦੇ ਲਈ ਜਿਹੜੇ ਵੀ ਬਾਹਰੋਂ ਸਫ਼ਰ ਕਰਕੇ ਆਉਂਦੇ ਨੇ ਉਹਨਾਂ ਦੇ ਵਾਸਤੇ ਜਿਹੜੀ ਇਹ ਹਦਾਇਤ ਲਗਾਈ ਹੋਈ ਸੀ ਉਸ ਨੂੰ ਕੁਝ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਰੱਦ ਕਰ ਰਹੇ ਨੇ, ਜਿਸ ਦੇ ਵਿੱਚ ਕਈ ਦੇਸ਼ਾਂ ਨੂੰ ਛੋਟ ਦਿੱਤੀ ਗਈ ਹੈ। ਜਰਮਨੀ, ਫਰਾਂਸ, ਸਪੇਨ, ਇਟਲੀ, ਗ੍ਰੀਸ, ਬੈਲਜੀਅਮ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਇਸ ਦਾ ਹਿੱਸਾ ਨੇ, ਪਰ ਕੈਨੇਡਾ ਤੇ ਅਮਰੀਕਾ ਦਾ ਨਾਮ ਇਸ ਸੂਚੀ ਦੇ ਵਿੱਚ ਨਹੀਂ ਹੈ। ਇੱਥੇ ਜ਼ਿਕਰਯੋਗ ਹੈ ਕਿ ਸਿਰਫ ਸ਼ੁੱਕਰਵਾਰ ਨੂੰ ਹੀ ਅਮਰੀਕਾ ਦੇ ਵਿੱਚ 52,300 ਨਵੇਂ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ ਤੇ ਅਮਰੀਕਾ ਇਸ ਸਮੇਂ ਅਜਿਹਾ ਦੇਸ਼ ਬਣਿਆ ਹੋਇਆ ਹੈ ਜਿੱਥੇ ਕਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਬੁਰਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਦੂਜੇ ਪਾਸੇ ਕੈਨੇਡਾ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦੇ ਉੱਤੇ ਕਾਫੀ ਜ਼ਿਆਦਾ ਕਾਬੂ ਪਾ ਲਿਆ ਗਿਆ ਹੈ, ਜਿੱਥੋਂ ਕਿ ਕਾਫੀ ਘੱਟ ਕੇਸ ਸਾਹਮਣੇ ਆ ਰਹੇ ਨੇ ਤੇ ਕੈਨੇਡਾ ਵਿੱਚ ਹਰ ਸੂਬੇ ਦੇ ਵਿੱਚੋਂ ਕੇਸਾਂ ਦੀ ਗਿਣਤੀ ਕਾਫੀ ਜ਼ਿਆਦਾ ਘਟ ਗਈ ਹੈ। ਇੱਥੋਂ ਤੱਕ ਕਿ ਕਈ ਸੂਬਿਆਂ ਵਿੱਚ ਇੱਕ ਵੀ ਕੇਸ ਸਾਹਮਣੇ ਨਹੀਂ ਆ ਰਿਹਾ, ਜਿੱਥੇ ਪਹਿਲਾਂ ਹੁਣ ਤੱਕ ਕਰੋਨਾ ਵਾਇਰਸ ਦੇ ਹਜ਼ਾਰਾਂ ਕੇਸ ਸਾਹਮਣੇ ਆ ਚੁੱਕੇ ਨੇ। ਉੱਥੇ ਹੀ ਅਮਰੀਕਾ ਦੇ ਵਿੱਚ ਕਾਫੀ ਜ਼ਿਆਦਾ ਵੱਡੀ ਗਿਣਤੀ 'ਚ ਮੌਤਾਂ ਵੀ ਹੋ ਰਹੀਆਂ ਨੇ ਤੇ ਨਾਲ ਹੀ ਕੋਵਿਡ-19 ਦੇ ਨਵੇਂ ਮਾਮਲੇ ਵੀ ਸਾਹਮਣੇ ਆ ਰਹੇ ਨੇ। ਕੈਨੇਡਾ ਦੇ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਹੈ। ਉਸ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਭਰ ਦੇ ਵਿੱਚ ਕੇਅਰ ਹੋਮਸ ਦੇ ਅੰਦਰ ਬਜ਼ੁਰਗਾਂ ਦੀ ਉਸ ਹੱਦ ਤੱਕ ਸੁਰੱਖਿਆ ਦਾ ਧਿਆਨ ਨਹੀਂ ਰੱਖਿਆ ਗਿਆ ਜਿੰਨਾ ਰੱਖਣਾ ਚਾਹੀਦਾ ਸੀ। ਇਸ ਦੇ ਵਾਸਤੇ ਕੈਨੇਡਾ ਫੇਲ ਰਿਹਾ ਹੈ, ਕਿਉਂਕਿ ਇਸ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ 80% ਤੋਂ ਜ਼ਿਆਦਾ ਜਿਹੜੀਆਂ ਮੌਤਾਂ ਹੋਈਆਂ ਨੇ ਉਹਨਾਂ ਦੇ ਵਿੱਚ ਬਜ਼ੁਰਗ ਸਨ, ਮ੍ਰਿਤਕ ਸੀ, ਜੋ ਕਿਉਂਕਿ ਕਾਫੀ ਜ਼ਿਆਦਾ ਅਜਿਹੇ ਫੈਸਲੇ ਨੇ ਜੋ ਨਹੀਂ ਲਾਗੂ ਕੀਤੇ ਗਏ, ਸੁਰੱਖਿਆ ਨੂੰ ਲੈ ਕੇ ਕਰਨੇ ਚਾਹੀਦੇ ਸਨ ਤੇ ਆਉਂਦੇ ਸਮੇਂ ਦੇ ਵਾਸਤੇ ਵੀ ਇਸ ਰਿਪੋਰਟ ਦੇ ਨਾਲ ਕੀ ਫੈਸਲੇ ਲਏ ਜਾਣਗੇ ਤੁਹਾਨੂੰ ਦਿਖਾਉਂਦੇ ਹਾਂ। ਕੋਵਿਡ-19 ਦੇ ਕਰਕੇ ਪਏ ਬੁਰੇ ਪ੍ਰਭਾਵ ਦੇ ਬਾਰੇ ਇੱਕ ਹੋਰ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਨੂੰ ਰਾਇਲ ਸੁਸਾਇਟੀ ਆਫ ਕੈਨੇਡਾ ਦੇ ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ ਦੇ ਵਿੱਚ ਸਾਹਮਣੇ ਆਇਆ ਕਿ ਕੈਨੇਡਾ ਕੇਅਰ ਹੋਮਸ ਦੇ ਵਿੱਚ ਬਜ਼ੁਰਗਾਂ ਦੀ ਸੁਰੱਖਿਆ ਕਰਨ ਦੇ ਵਿੱਚ ਨਾਕਾਮ ਰਿਹਾ ਹੈ। ਇਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਸਿਸਟਮ ਦੇ ਵਿੱਚ ਲੰਮੇ ਚਿਰ ਤੋਂ ਕਾਫੀ ਜ਼ਿਆਦਾ ਕਮੀਆਂ ਚੱਲੀਆਂ ਆ ਰਹੀਆਂ ਨੇ, ਜੋ ਸਾਰੀਆਂ ਕੋਵਿਡ-19 ਦੇ ਕਰਕੇ ਜਿਹੜੀ ਹਾਲਾਤ ਬਣੇ ਉਸ ਦੌਰਾਨ ਬਾਹਰ ਆ ਗਈਆਂ, ਜਿਸ ਤੋਂ ਪਤਾ ਲੱਗਿਆ ਕਿ ਬਜ਼ੁਰਗਾਂ ਦੀ ਸੁਰੱਖਿਆ ਦੇ ਵਾਸਤੇ ਕੋਈ ਖਾਸ ਕਦਮ ਨਹੀਂ ਚੁੱਕੇ ਜਾ ਰਹੇ ਸਨ। ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕੋਵਿਡ-19 ਟਾਸਕ ਫੋਰਸ ਆਫ ਸਾਇੰਟਿਸਟ ਐਂਡ ਰਿਸਰਚਰਸ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ, ਉਮਰ ਤੇ ਨਾਲ ਹੀ ਜੈਂਡਰ ਨਾਲ ਸੰਬੰਧਿਤ ਕਾਫੀ ਜ਼ਿਆਦਾ ਲੋਕਾਂ ਦੇ ਮਨਾਂ ਦੇ ਵਿੱਚ ਵੱਖਰੀ ਸੋਚ ਬਣੀ ਹੋਈ ਹੈ, ਜਿਸ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਇੱਥੋਂ ਤੱਕ ਕਿ ਜ਼ਿਆਦਾ ਉਮਰ ਦੇ ਵਿਅਕਤੀਆਂ ਦੀ ਸੁਰੱਖਿਆ ਨਾ ਕਰ ਪਾਉਣ ਦੇ ਵਿੱਚ ਵੀ ਇਹ ਸਭ ਦਿਖਾਈ ਦਿੱਤਾ ਹੈ, ਜਿਸ ਦੇ ਵਿੱਚ ਸਾਹਮਣੇ ਆਇਆ ਕਿ ਕੈਨੇਡਾ ਦੇ ਅੰਦਰ ਹੁਣ ਤੱਕ ਕੋਵਿਡ-19 ਦੇ ਕਰਕੇ ਜਿੰਨੀਆਂ ਵੀ ਮੌਤਾਂ ਹੋਈਆਂ ਨੇ ਉਸ ਦੇ ਵਿੱਚ 81% ਮੌਤਾਂ ਬਜ਼ੁਰਗਾਂ ਦੀਆਂ ਹੋਈਆਂ ਨੇ, ਜਦ ਕਿ ਜਿੱਥੇ ਸਭ ਤੋਂ ਜ਼ਿਆਦਾ ਹੁਣ ਤੱਕ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਨੇ, ਯਾਨੀ ਕਿ ਜੇਕਰ ਗੱਲ ਕਰੀਏ ਯੂਨਾਈਟਿਡ ਸਟੇਟਸ ਦੀ, ਤਾਂ ਉੱਥੇ ਬਜ਼ੁਰਗਾਂ ਦੀ ਮੌਤ 31% ਪਾਈ ਗਈ ਹੈ ਤੇ ਨਾਲ ਹੀ ਸਪੇਨ ਦੀ ਗੱਲ ਕਰੀਏ ਤਾਂ ਸਪੇਨ ਦੇ ਵਿੱਚ 66% ਪਾਈ ਗਈ ਹੈ, ਜਿਸ ਮੁਤਾਬਕ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਕੋਵਿਡ-19 ਦੇ ਕਰਕੇ ਬਜ਼ੁਰਗਾਂ ਦੀ ਮੌਤ ਹੋਈ ਹੈ। ਇੱਥੇ ਜ਼ਿਕਰਯੋਗ ਹੈ ਕਿ ਓਨਟਾਰੀਓ ਦੇ ਵਿੱਚ ਫੌਜੀਆਂ ਦੇ ਵੱਲੋਂ ਵੀ ਰਿਪੋਰਟ ਦਿੱਤੀ ਗਈ ਸੀ ਕਿ ਕੇਅਰ ਹੋਮਸ ਦੇ ਵਿੱਚ ਬਜ਼ੁਰਗਾਂ ਦਾ ਜ਼ਿਆਦਾ ਧਿਆਨ ਨਹੀਂ ਰੱਖਿਆ ਜਾ ਰਿਹਾ, ਉਹਨਾਂ ਨੂੰ ਦਵਾਈਆਂ ਸਮੇਂ ਸਿਰ ਨਹੀਂ ਸੀ ਦਿੱਤੀਆਂ ਜਾ ਰਹੀਆਂ, ਨਾ ਇਲਾਜ ਕੀਤਾ ਜਾ ਰਿਹਾ ਸੀ ਤੇ ਨਾ ਸਫਾਈ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਹੋਰ ਰਿਪੋਰਟਸ ਵੀ ਸਾਹਮਣੇ ਆਈਆਂ, ਜਿਸ ਤੋਂ ਇਹ ਪਤਾ ਲੱਗਿਆ ਕਿ ਬਜ਼ੁਰਗਾਂ ਦੀ ਸੰਭਾਲ ਕਰਨ ਨੂੰ ਲੈ ਕੇ ਕਿੰਨੀਆਂ ਅਣਗਹਿਲੀਆਂ ਵਰਤੀਆਂ ਗਈਆਂ ਨੇ। ਇੱਥੇ ਇਹ ਵੀ ਮੰਨਣਾ ਹੈ ਕਿ ਇਹ ਰਿਪੋਰਟਸ ਇਸ ਕਰਕੇ ਜਾਰੀ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਇਹ ਸਾਹਮਣੇ ਆ ਸਕੇ ਕਿ ਕਿਹੜੇ
ਵਿਭਾਗ ਦੇ ਵਿੱਚ ਕਿੰਨੇ ਜ਼ਿਆਦਾ ਸੁਧਾਰ ਦੀ ਲੋੜ ਹੈ ਤੇ ਉਸ ਦੇ ਉੱਤੇ ਕੰਮ ਕੀਤਾ ਜਾ ਸਕੇ ਤਾਂ ਕਿ ਭਵਿੱਖ ਦੇ ਵਿੱਚ ਕਦੀ ਵੀ ਅਜਿਹਾ ਹੋਵੇ ਤਾਂ ਕੋਈ ਇੰਨਾ ਜ਼ਿਆਦਾ ਵੱਡਾ ਜਾਨੀ ਨੁਕਸਾਨ ਨਾ ਹੋਵੇ। ਵੱਖੋ-ਵੱਖਰੀਆਂ ਰਾਜਨੀਤਿਕ ਪਾਰਟੀਆਂ ਆਪਣੀ ਰਿਪੋਰਟ ਪੇਸ਼ ਕਰਦੀਆਂ ਨੇ, ਖਾਸ ਤੌਰ ਦੇ ਉੱਤੇ ਜਦੋਂ ਚੋਣਾਂ ਦਾ ਸਾਲ ਹੁੰਦਾ ਹੈ ਉਸ ਤੋਂ ਬਾਅਦ ਕਿ ਆਖਿਰ ਚੋਣਾਂ ਦੇ ਉੱਤੇ ਕਿੰਨਾ ਖਰਚਾ ਆਇਆ, ਕਿੰਨਾ ਫੰਡ ਮਿਲਿਆ ਸੀ ਤੇ ਕਿੰਨਾ ਬਜਟ ਸੀ। ਕੁਝ ਇਸੇ ਤਹਿਤ 30 ਜੂਨ ਦੀ ਅੱਧੀ ਰਾਤ ਤੱਕ ਪਾਰਟੀਆਂ ਦੇ ਵੱਲੋਂ ਇਸ ਰਿਪੋਰਟ ਨੂੰ ਜਮ੍ਹਾਂ ਕਰਵਾਇਆ ਜਾਣਾ ਸੀ। ਜੇਕਰ ਵੱਡੀਆਂ ਪਾਰਟੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਲਿਬਰਲ ਪਾਰਟੀ ਨੇ ਵੀ ਹਜੇ ਇਹ ਰਿਪੋਰਟ ਦਿੱਤੀ ਹੈ। NDP ਤੇ ਕੰਜ਼ਰਵੇਟਿਵਸ ਦੇ ਵੱਲੋਂ ਇਸ ਰਿਪੋਰਟ ਨੂੰ ਹਜੇ ਪੇਸ਼ ਨਹੀਂ ਕੀਤਾ ਗਿਆ ਹੈ। ਤੁਹਾਨੂੰ ਦੱਸ ਦਿਆਂ ਕਿ ਲਿਬਰਲ ਪਾਰਟੀ ਦੇ ਵੱਲੋਂ ਜਿਹੜੀ ਰਿਪੋਰਟ ਦਿੱਤੀ ਗਈ ਹੈ ਉਸ ਦੇ ਵਿੱਚ ਬਜਟ ਦੇ ਬਾਰੇ ਕੀ ਕੁਝ ਦੱਸਿਆ ਗਿਆ ਹੈ ਤੇ NDP ਨੇ ਇਸ ਦੇ ਉੱਤੇ ਆਖਿਰ ਕੀ ਬਿਆਨ ਦਿੱਤਾ ਹੈ। 2019 ਦੀਆਂ ਚੋਣਾਂ ਦੇ ਦੌਰਾਨ ਹੋਏ ਖਰਚੇ ਦੇ ਬਾਰੇ ਸਾਰਾ ਵੇਰਵਾ ਪਾਰਟੀਆਂ ਦੇ ਵੱਲੋਂ 30 ਜੂਨ ਤੱਕ ਦਿੱਤਾ ਜਾਣਾ ਸੀ, ਪਰ ਫਿਲਹਾਲ ਸ਼ੁੱਕਰਵਾਰ ਨੂੰ ਇਸ ਦੇ ਬਾਰੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹਜੇ ਸਿਰਫ ਲਿਬਰਲ ਪਾਰਟੀ ਦੇ ਵੱਲੋਂ ਹੀ ਵੇਰਵਾ ਜਮ੍ਹਾਂ ਕਰਵਾਇਆ ਗਿਆ ਹੈ, ਜਿਸ ਦੇ ਵਿੱਚ ਸਾਹਮਣੇ ਆਇਆ ਕਿ ਸਾਲ 2019 ਦੇ ਚੋਣਾਂ ਵਾਲੇ ਸਾਲ ਦੇ ਵਿੱਚ ਲਿਬਰਲ ਪਾਰਟੀ ਨੇ ਫੰਡ $42 ਮਿਲੀਅਨ ਤੋਂ ਜ਼ਿਆਦਾ ਇਕੱਠਾ ਕੀਤਾ, ਪਰ ਉਹਨਾਂ ਦਾ ਖਰਚਾ $43 ਮਿਲੀਅਨ ਤੋਂ ਜ਼ਿਆਦਾ ਦਾ ਹੋ ਗਿਆ। ਜਿਸ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜੋ ਸ਼ੁੱਕਰਵਾਰ ਨੂੰ ਰਿਪੋਰਟ ਜਾਰੀ ਕੀਤੀ ਗਈ ਹੈ ਕਿ ਸਾਲ ਦੇ ਅੰਤ ਤੱਕ ਪਾਰਟੀ ਦੇ ਕੋਲ ਜਾਇਦਾਦ ਵਜੋਂ $6,25,865 ਸਨ। ਰਾਜਨੀਤਿਕ ਪਾਰਟੀਆਂ ਦੇ ਵੱਲੋਂ ਜਿਵੇਂ ਕਿ 30 ਜੂਨ ਦੀ ਅੱਧੀ ਰਾਤ ਤੱਕ ਇਸ ਵੇਰਵੇ ਨੂੰ ਜਮ੍ਹਾਂ ਕਰਵਾਉਣਾ ਸੀ, ਪਰ ਵੱਡੀਆਂ ਪਾਰਟੀਆਂ ਦੇ ਵਿੱਚੋਂ NDP ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਸਮਾਂ ਲੈ ਲਿਆ ਗਿਆ ਤੇ ਨਿਊ ਡੈਮੋਕ੍ਰੇਟਸ ਦੇ ਵੱਲੋਂ ਅਗਲੇ ਕੁਝ ਦਿਨਾਂ ਦੇ ਵਿੱਚ ਇਸ ਵੇਰਵੇ ਨੂੰ ਜਮ੍ਹਾਂ ਕਰਵਾਇਆ ਜਾਵੇਗਾ, ਪਰ ਕੰਜ਼ਰਵੇਟਿਵਸ ਦੇ ਵੱਲੋਂ ਹਜੇ ਇਸ ਦੇ ਉੱਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸਿਰਫ ਲਿਬਰਲ ਪਾਰਟੀ ਨੇ ਹੀ ਇਸ ਦੇ ਉੱਤੇ ਜਮ੍ਹਾਂ ਕਰਵਾਇਆ ਹੈ ਸਾਰਾ ਵੇਰਵਾ, ਜਿਸ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸਾਲ 2019 ਵਿੱਚ ਲਿਬਰਲ ਪਾਰਟੀ ਨੇ $24.7 ਮਿਲੀਅਨ ਦੇ ਲੋਨ ਵੀ ਲਏ ਨੇ, ਜਿਸ ਦੇ ਵਿੱਚ ਇਹ ਜ਼ਿਕਰ ਵੀ ਕੀਤਾ ਗਿਆ ਕਿ ਸਾਲ 2019 ਵਿੱਚ ਪਾਰਟੀ ਦੇ ਜਿਹੜੇ ਵੱਡੇ ਖਰਚੇ ਹੋਏ ਨੇ ਉਹਨਾਂ ਵਿੱਚ ਇੱਕ ਤਨਖਾਹਾਂ ਦੇਣੀਆਂ ਵੀ ਸੀ, ਜਿਸ ਦੇ ਵਿੱਚ ਸਿਰਫ $7.95 ਮਿਲੀਅਨ ਦਾ ਤਨਖਾਹਾਂ ਹੀ ਦਿੱਤੀਆਂ ਗਈਆਂ ਨੇ। ਤੇ ਇਸ ਸਾਲ 2020 ਦੇ ਵਿੱਚ ਲਿਬਰਲ ਪਾਰਟੀ ਦੇ ਵੱਲੋਂ COVID-19 ਵੇਜ ਸਬਸਿਡੀ ਪ੍ਰੋਗਰਾਮ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨੂੰ ਕਿ ਕੰਜ਼ਰਵੇਟਿਵ ਪਾਰਟੀ ਤੇ NDP ਪਾਰਟੀ ਦੇ ਵੱਲੋਂ ਵੀ ਵਰਤਿਆ ਜਾ ਰਿਹਾ ਹੈ ਤਾਂ ਕਿ ਉਹ ਆਪਣੀਆਂ ਪਾਰਟੀਆਂ ਦੇ ਕਾਮਿਆਂ ਨੂੰ ਤਨਖਾਹਾਂ ਦੇ ਸਕਣ। ਇੱਥੇ ਜ਼ਿਕਰਯੋਗ ਹੈ ਕਿ ਵੇਜ ਸਬਸਿਡੀ ਪ੍ਰੋਗਰਾਮ ਦੇ ਵਿੱਚ 75% ਤੱਕ ਕਾਮੇ ਦੀ ਤਨਖਾਹ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਹੈ। ਹੁਣ ਤੁਹਾਨੂੰ ਦੱਸਾਂਗੇ ਕਿ ਮੈਨੀਟੋਬਾ ਦੇ ਵਿੱਚ PNP ਦੇ ਵਾਸਤੇ ਜਿਹੜੀਆਂ ਚਿੱਠੀਆਂ ਭੇਜੀਆਂ ਗਈਆਂ ਨੇ ਪ੍ਰਵਾਸੀਆਂ ਨੂੰ ਪੱਕੇ ਕਰਨ ਦੇ ਵਾਸਤੇ, ਉਹ ਕਿੰਨੀਆਂ ਹੁਣ ਚਿੱਠੀਆਂ ਭੇਜੀਆਂ ਗਈਆਂ ਨੇ ਤੇ ਕਿੰਨਾ ਰਿਹਾ ਸਕੋਰ। ਮੈਨੀਟੋਬਾ ਵਿੱਚ 2 ਜੁਲਾਈ ਨੂੰ PNP ਦੇ ਨਿਕਲਣ ਵਾਲੇ ਡਰਾਅ ਤੋਂ ਬਾਅਦ ਉੱਥੇ ਹੁਣ ਤੱਕ 93 PNP ਦੇ ਡਰਾਅ ਨਿਕਲ ਚੁੱਕੇ ਨੇ। 2 ਜੁਲਾਈ ਨੂੰ ਨਿਕਲੇ ਡਰਾਅ ਦੇ ਵਿੱਚ 125 ਵਿਅਕਤੀਆਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ, ਜਿਨ੍ਹਾਂ ਨੂੰ ਮੈਨੀਟੋਬਾ ਦੇ ਵੱਲੋਂ ਲੈਟਰਸ ਆਫ ਐਡਵਾਈਸ ਟੂ ਅਪਲਾਈ ਭੇਜਿਆ ਜਾਂਦਾ ਹੈ, ਜਿਸ ਦੇ ਵਿੱਚ ਪ੍ਰਵਾਸੀਆਂ ਨੂੰ ਮੈਨੀਟੋਬਾ ਵਿੱਚ ਆ ਕੇ PNP ਪ੍ਰੋਗਰਾਮ ਤਹਿਤ PR ਲੈਂਡ ਦੇ ਵਿੱਚ ਮਦਦ ਦਿੱਤੀ ਜਾਂਦੀ ਹੈ। ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਦੇ ਕੈਂਡੀਡੇਟਸ ਵੱਖੋ-ਵੱਖਰੀਆਂ ਸਟਰੀਮਸ ਦੇ ਰਾਹੀਂ ਅਪਲਾਈ ਕਰਦੇ ਨੇ, ਜਿਨ੍ਹਾਂ ਦੇ ਵਿੱਚ ਸਕਿਲਡ ਵਰਕਰਸ ਇਨ ਮੈਨੀਟੋਬਾ ਯਾਨੀ ਕਿ ਮੈਨੀਟੋਬਾ ਦੇ ਵਿੱਚ ਕੰਮ ਕਰਨ ਦਾ ਜਿਨ੍ਹਾਂ ਦਾ ਅਨੁਭਵ ਸੀ ਉਹਨਾਂ ਦੇ ਵਿੱਚ 101 ਨੂੰ ਲੈਟਰ ਗਏ ਨੇ। ਸਕਿਲਡ ਵਰਕਰਸ ਓਵਰਸੀਜ਼ ਜੋ ਬਾਹਰਲੇ ਮੁਲਕਾਂ ਵਿੱਚ ਜਿਨ੍ਹਾਂ ਦਾ ਅਨੁਭਵ ਸੀ ਕੰਮ ਕਰਨ ਦਾ, ਉਹਨਾਂ ਦੇ ਵਿੱਚ 6 ਵਿਅਕਤੀਆਂ ਨੂੰ ਗਏ ਨੇ ਇਹ ਲੈਟਰ। ਤੇ ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਯਾਨੀ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਦੇ ਵਿੱਚ 18 ਜਣਿਆਂ ਨੂੰ ਗਏ ਨੇ। ਜੋ ਮੈਨੀਟੋਬਾ ਦੇ ਵਿੱਚ ਸਕੋਰ ਹੈ ਉਹ ਵੱਖੋ-ਵੱਖਰੀਆਂ ਸਟਰੀਮਸ ਦੇ ਤਹਿਤ 475 ਤੱਕ ਘੱਟੋ ਘੱਟ ਗਿਆ ਹੈ ਤੇ ਓਵਰਸੀਜ਼ ਸਟਰੀਮ ਦੇ ਵਾਸਤੇ 816 ਤੱਕ ਗਿਆ ਹੈ। ਇਸ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਮੈਨੀਟੋਬਾ ਦੇ ਵੱਲੋਂ PNP ਤਹਿਤ ਇਹਨਾਂ ਕੈਂਡੀਡੇਟਸ ਦੀਆਂ ਫਾਈਲਾਂ ਦੀ ਪ੍ਰਕਿਰਿਆ ਨੂੰ ਪੂਰਾ ਕਰ ਦਿੱਤਾ ਜਾਵੇਗਾ ਤੇ ਫਿਰ ਜਿਹੜੇ ਪੁਆਇੰਟ ਮਿਲਣਗੇ ਉਸ ਆਧਾਰ ਦੇ ਉੱਤੇ ਫੈਡਰਲ ਦੀ PR ਦੇ ਵਾਸਤੇ ਐਕਸਪ੍ਰੈਸ ਐਂਟਰੀ ਦੇ ਲਈ ਫਾਈਲ ਲੱਗ ਸਕਦੀ ਹੈ ਤੇ ਉਹ ਪ੍ਰਵਾਸੀ ਵਿਅਕਤੀ ਇੱਥੇ ਪੱਕੇ ਹੋ ਜਾਣਗੇ। ਮੈਨੀਟੋਬਾ ਦੇ ਵੱਲੋਂ 2020 ਦੇ ਵਿੱਚ ਹੁਣ ਤੱਕ 2460 ਵਿਅਕਤੀਆਂ ਨੂੰ LAA ਭੇਜੇ ਜਾ ਚੁੱਕੇ ਨੇ। ਇੱਥੇ ਜ਼ਿਕਰਯੋਗ ਹੈ ਕਿ ਮੈਨੀਟੋਬਾ ਦੇ ਵਿੱਚ ਜੋ PNP ਦੇ ਵਾਸਤੇ ਪੁਆਇੰਟ ਦਿੱਤੇ ਜਾਂਦੇ ਨੇ ਉਹ 1000 ਦੇ ਵਿੱਚੋਂ ਦਿੱਤੇ ਜਾਂਦੇ ਨੇ। ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਚਾਹੇ ਐਕਸਪ੍ਰੈਸ ਐਂਟਰੀ ਹੋਵੇ ਚਾਹੇ ਵੱਖੋ ਵੱਖਰੇ ਸੂਬਿਆਂ ਦੇ ਵੱਲੋਂ ਨੋਮੀਨੇਸ਼ਨ ਪ੍ਰੋਗਰਾਮ ਹੋਣ, ਉਹਨਾਂ ਤਹਿਤ PR ਦੇ ਲਈ ਜਿਹੜੀ ਪ੍ਰਕਿਰਿਆ ਉਹ ਵੀ ਜਾਰੀ ਹੈ। ਤਾਂ 1 ਜੁਲਾਈ ਤੋਂ ਜੋ ਆਨਲਾਈਨ ਵੀਜ਼ਾ ਐਪਲੀਕੇਸ਼ਨਸ ਨੇ ਉਹਨਾਂ ਦੇ ਉੱਤੇ ਵੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜਿਸ ਦਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਤੇ ਆਨਲਾਈਨ ਜਿਹੜੀ ਇਹ ਪ੍ਰਕਿਰਿਆ ਸ਼ੁਰੂ ਹੋਈ ਹੈ ਉਸ ਦੇ ਵਿੱਚ ਵਿਜ਼ਟਰ ਵੀਜ਼ਾ ਦੇ ਵਾਸਤੇ ਅਰਜ਼ੀਆਂ ਵੀ ਸ਼ਾਮਲ ਕੀਤੀਆਂ ਗਈਆਂ ਨੇ। ਇਸ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। WEO ਸੰਸਥਾ ਹੈ ਜਿਸ ਨੂੰ ਕਿ ਵਿਦਿਆਰਥੀਆਂ ਨੂੰ ਗ੍ਰਾਂਟ ਦੇਣ ਦਾ ਜ਼ਿੰਮਾ ਹੈ, ਜੋ ਸਰਕਾਰ ਦੇ ਵੱਲੋਂ ਫੰਡ ਦਿੱਤਾ ਜਾਣਾ ਸੀ, ਉਸ ਤਹਿਤ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਦੇਣ ਦੀ ਗੱਲ ਕਹੀ ਗਈ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿਸ ਦਿਨ ਉਸ ਸੰਸਥਾ ਦੇ ਨਾਮ ਦਾ ਐਲਾਨ ਕੀਤਾ ਤੇ ਨਾਲ ਹੀ ਦੱਸਿਆ ਕਿ ਵਲੰਟੀਅਰ ਜਿਹੜੇ ਇਸ ਸਮਰ ਪ੍ਰੋਗਰਾਮਸ ਦੇ ਤਹਿਤ ਵਿਦਿਆਰਥੀ ਕੰਮ ਕਰਨਗੇ ਉਹਨਾਂ ਨੂੰ $5,000 ਤੱਕ ਦੀਆਂ ਗ੍ਰਾਂਟਾਂ ਮਿਲਣਗੀਆਂ ਤੇ ਉਸ ਵਿੱਤੀ ਮਦਦ ਨੂੰ ਦਿੱਤੇ ਜਾਣ ਦੇ ਵਿੱਚ ਇੱਕ ਸੰਸਥਾ ਦੀ ਮਦਦ ਲਈ ਗਈ ਕਿ ਉਹ ਸੰਸਥਾ ਅੱਗੇ ਉਸ ਦਾ ਸਾਰਾ ਜ਼ਿੰਮਾ ਸੰਭਾਲੇਗੀ। ਪਰ ਉਸ ਤੋਂ ਬਾਅਦ ਕਿਹਾ ਗਿਆ ਕਿ ਉਸ ਸੰਸਥਾ ਨੂੰ ਚਲਾਉਣ ਵਾਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਾਸ ਸਨ, ਜਿਸ ਕਰਕੇ ਕਿਸੇ ਹੋਰ ਸੰਸਥਾ ਨੂੰ ਇਸ ਦੇ ਲਈ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ ਗਿਆ, ਨਾ ਹੀ ਕੋਈ ਮੁਕਾਬਲਾ ਰੱਖਿਆ ਗਿਆ। ਸਿੱਧੇ ਤੌਰ ਤੇ ਆਪਣੀ ਜਾਣ ਪਛਾਣ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਫੈਸਲਾ ਲੈ ਲਿਆ, ਜਿਸ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਤੇ ਹੁਣ ਇਹ ਸੰਸਥਾ ਪਿੱਛੇ ਹਟ ਗਈ ਹੈ, ਜਿਸ ਦੇ ਵੱਲੋਂ ਇਸ ਦੇ ਉੱਤੇ ਕੰਮ ਹੁਣ ਨਹੀਂ ਕੀਤਾ ਜਾਵੇਗਾ, ਜਿਸ ਦੇ ਲਈ ਕਾਫੀ ਜ਼ਿਆਦਾ ਸਵਾਲ ਵੀ ਖੜੇ ਹੋਏ ਨੇ। ਤੇ ਜਿਸ ਦਿਨ ਤੋਂ ਐਲਾਨ ਕੀਤਾ ਗਿਆ ਉਸ ਦਿਨ ਤੋਂ ਹੀ ਇਸ ਦੇ ਉੱਤੇ ਬਹਿਸ ਵੀ ਚੱਲ ਰਹੀ ਹੈ, ਆਲੋਚਨਾ ਵੀ ਹੋ ਰਹੀ ਸੀ ਤੇ ਇਸ ਸੰਸਥਾ ਤੋਂ ਹੀ ਕੁਝ ਮੈਂਬਰਸ ਦੇ ਵੱਲੋਂ ਵੀ ਇਸ ਦੇ ਉੱਤੇ ਬਿਆਨ ਦਿੱਤੇ ਗਏ ਸਨ, ਜਿਸ ਤੋਂ ਬਾਅਦ ਹੁਣ ਫੈਸਲਾ ਲਿਆ ਗਿਆ ਹੈ ਕਿ WE ਸੰਸਥਾ ਹੈ ਜੋ ਉਹ ਗ੍ਰਾਂਟਸ ਦੇਣ ਦੇ ਇਸ ਪ੍ਰੋਗਰਾਮ ਤੋਂ ਪਿੱਛੇ ਹਟ ਗਈ ਹੈ, ਜਿਸ ਦੇ ਵਿੱਚ ਜਿਹੜਾ ਫੰਡ ਸਰਕਾਰ ਦੇ ਵੱਲੋਂ ਦਿੱਤਾ ਗਿਆ ਸੀ ਉਸ ਦੇ ਉੱਤੇ ਵੀ ਹੁਣ ਉਹ ਵਾਪਸ ਕੀਤਾ ਜਾਵੇਗਾ। ਉਸ ਦੇ ਉੱਤੇ ਹੁਣ WE ਦੇ ਵੱਲੋਂ ਕੰਮ ਨਹੀਂ ਕੀਤਾ ਜਾਵੇਗਾ। ਅਗਲੀ ਖਬਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਿਊਸਟਨ ਤੋਂ ਹੈ, ਜਿੱਥੇ ਕਿ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਅਧਿਕਾਰੀਆਂ ਨੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਨਾਲ ਹੀ ਜਾਣਕਾਰੀ ਦੇ ਵਾਸਤੇ ਸਹਿਯੋਗ ਵੀ ਮੰਗਿਆ। BCRCMP ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਇੱਕ 30 ਸਾਲ ਦੇ ਵਿਅਕਤੀ ਦੇ ਕਤਲ ਮਾਮਲੇ ਵਿੱਚ ਜਾਂਚ ਕਰ ਰਹੀ ਹੈ। ਵੀਰਵਾਰ ਦੀ ਸਵੇਰ ਨੂੰ ਹਿਊਸਟਨ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਅੰਦਰ ਇਹ ਕਤਲ ਹੋਇਆ ਹੈ। RCMP ਨੇ ਕਿਹਾ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਘਰ ਦੇ ਵਿੱਚ ਕਾਫੀ ਪਰੇਸ਼ਾਨੀ 'ਚ ਇੱਕ ਵਿਅਕਤੀ ਮੌਜੂਦ ਹੈ। ਪੁਲਿਸ ਅਧਿਕਾਰੀਆਂ ਨੂੰ ਸਵੇਰੇ 4:30 ਵਜੇ ਵੀਰਵਾਰ ਨੂੰ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਜਦੋਂ ਪੁਲਿਸ ਅਧਿਕਾਰੀ ਘਰ ਦੇ ਵਿੱਚ ਪਹੁੰਚੇ ਤਾਂ ਉੱਥੇ ਇੱਕ ਵਿਅਕਤੀ ਕਾਫੀ ਗੰਭੀਰ ਹਾਲਤ ਦੇ ਵਿੱਚ ਮੌਜੂਦ ਸੀ, ਜਿਸ ਨੇ ਕੁਝ ਦੇਰ ਦੇ ਵਿੱਚ ਹੀ ਮੌਕੇ ਤੇ ਹੀ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਕਤਲ ਹੋਇਆ ਹੈ, ਜਿਸ ਤੋਂ ਬਾਅਦ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਘਰ ਦੇ ਵਿੱਚ ਹੀ ਇਹ ਹੋਇਆ ਹੈ ਤੇ ਇਸ ਘਟਨਾ ਦੇ ਨਾਲ ਬਾਹਰ ਲੋਕਾਂ ਨੂੰ ਕੋਈ ਵੀ ਖਤਰਾ ਨਹੀਂ ਹੈ। ਪਰ ਪੁਲਿਸ ਨੇ ਕਿਹਾ ਕਿ ਜੇਕਰ ਕੋਈ ਵੀ ਉਸ 30 ਸਾਲਾ ਵਿਅਕਤੀ ਦੇ ਬਾਰੇ ਕੁਝ ਜਾਣਦਾ ਹੋਵੇ ਜੋ ਹਿਊਸਟਨ ਦੇ ਵਿੱਚ ਇਹ ਮਾਮਲਾ ਵਾਪਰਿਆ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ। BC ਕੋਰਨੋਸ਼ ਸਰਵਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਜਾਂਚ RCMP ਦੇ ਨਾਲ ਮਿਲ ਕੇ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਫਿਲਹਾਲ ਉਹ ਵਿਅਕਤੀ ਦੀ ਪਛਾਣ ਨੂੰ ਜਨਤਕ ਨਹੀਂ ਕਰ ਸਕਦੇ। ਅਗਲੀ ਖਬਰ ਪ੍ਰਿੰਸ ਜਾਰਜ ਤੋਂ ਹੈ। ਪ੍ਰਿੰਸ ਜਾਰਜ ਦੇ ਵਿੱਚ ਚਾਕੂ ਮਾਰ ਕੇ ਇੱਕ ਔਰਤ ਦਾ ਕਤਲ ਕੀਤਾ ਗਿਆ ਹੈ। ਕੋਰਟ ਹਾਊਸ ਦੇ ਸਾਹਮਣੇ ਇਹ ਕਤਲ ਹੋਇਆ, ਜਿਸ ਦੇ ਬਾਰੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ। ਕੱਲ ਚਾਕੂ ਮਾਰਿਆ ਗਿਆ ਸੀ ਤੇ ਅੱਜ ਸਵੇਰੇ ਇਸ ਔਰਤ ਨੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ। ਪ੍ਰਿੰਸ ਜਾਰਜ ਵਿੱਚ ਇੱਕ 26 ਸਾਲਾ ਔਰਤ ਦੇ ਚਾਕੂ ਮਾਰ ਕੇ ਕਤਲ ਕੀਤਾ ਗਿਆ ਹੈ, ਜਿਸ ਮਾਮਲੇ ਦੀ ਜਾਂਚ ਦੇ ਲਈ ਪੁਲਿਸ ਦੇ ਵੱਲੋਂ ਹੁਣ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਵੀਰਵਾਰ ਰਾਤ ਨੂੰ ਚਾਕੂ ਮਾਰਨ ਦੀ ਇਹ ਘਟਨਾ ਵਾਪਰੀ, ਜੋ ਕਿ ਰਾਤੀ 10 ਵਜੇ ਦਾ ਸਮਾਂ ਸੀ, ਜਦੋਂ ਪੁਲਿਸ ਨੂੰ ਪਤਾ ਲੱਗਿਆ ਕਿ 300 ਬਲਾਕ ਜਾਰਜ ਸਟਰੀਟ ਦੇ ਉੱਤੇ ਪ੍ਰਿੰਸ ਜਾਰਜ ਕੋਰਟ ਹਾਊਸ ਦੇ ਅੱਗੇ ਇੱਕ 26 ਸਾਲਾ ਔਰਤ ਨੂੰ ਚਾਕੂ ਲੱਗਿਆ। ਪੁਲਿਸ ਅਧਿਕਾਰੀ ਤੁਰੰਤ ਪਹੁੰਚ ਗਏ ਸਨ। ਪੈਰਾਮੈਡਿਕਸ ਬਾਅਦ ਵਿੱਚ ਆਏ। ਪੈਰਾਮੈਡਿਕਸ ਦੇ ਆਉਣ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਫਰਸਟ ਏਡ ਦਿੱਤੀ ਗਈ ਤੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਔਰਤ ਦੇ ਇੱਕੋ ਚਾਕੂ ਲੱਗਿਆ ਹੋਇਆ ਸੀ, ਪਰ ਜ਼ਖਮ ਕਾਫੀ ਡੂੰਘਾ ਸੀ, ਜਿਸ ਨੂੰ ਯੂਨੀਵਰਸਿਟੀ ਹਸਪੀਟਲ ਆਫ ਨਾਰਦਰਨ BC ਵੀ ਪਹੁੰਚਾਇਆ ਗਿਆ, ਪਰ ਉੱਥੇ ਉਸਨੇ ਸ਼ੁੱਕਰਵਾਰ ਸਵੇਰ ਨੂੰ ਦਮ ਤੋੜ ਦਿੱਤਾ। ਸ਼ੁੱਕਰਵਾਰ ਸਵੇਰ ਨੂੰ 26 ਸਾਲਾ ਔਰਤ ਦੀ ਮੌਤ ਹੋਣ ਦੀ ਜਾਣਕਾਰੀ ਦਿੰਦੇ ਹੋਏ ਪ੍ਰਿੰਸ ਜਾਰਜ RCMP ਨੇ ਕਿਹਾ ਕਿ ਉਹਨਾਂ ਦੀ ਸੀਰੀਅਸ ਕ੍ਰਾਈਮ ਯੂਨਿਟ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਅਜੇ ਸ਼ੁਰੂਆਤੀ ਦੌਰ ਵਿੱਚ ਹੈ, ਜਿਸ ਕਰਕੇ ਉਹ ਔਰਤ ਦੀ ਪਛਾਣ ਤਾਂ ਨਹੀਂ ਜਨਤਕ ਕਰ ਸਕਦੇ, ਪਰ ਉਹਨਾਂ ਨੇ ਇਹ ਕਿਹਾ ਕਿ ਜੇਕਰ ਕਿਸੇ ਨੂੰ ਵੀ ਮਾਮਲੇ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 2505613300 ਦੇ ਉੱਤੇ ਸੰਪਰਕ ਕਰਕੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ। ਜਿਵੇਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਉਹ ਹਰ ਰੋਜ਼ ਹੁਣ ਭਾਸ਼ਣ ਨਹੀਂ ਦੇਣਗੇ, ਹਫ਼ਤੇ ਦੇ ਵਿੱਚ ਕਦੇ ਕਿਸੇ ਜ਼ਰੂਰੀ ਐਲਾਨ ਦੇ ਮੁਤਾਬਕ ਹੀ ਉਸ ਭਾਸ਼ਣ ਨੂੰ ਦਿੱਤਾ ਜਾਵੇਗਾ। ਤੇ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਫੀ ਗੱਲਾਂ ਦੱਸੀਆਂ, ਜਿਸ ਦੇ ਵਿੱਚ ਹਾਂਗਕਾਂਗ ਦੇ ਵਾਸਤੇ ਜਿਹੜੀ ਸੰਧੀ ਕੀਤੀ ਗਈ ਸੀ ਉਸ ਨੂੰ ਵੀ ਤੋੜ ਦਿੱਤਾ ਗਿਆ, ਇੱਕ ਨਵੇਂ ਕਾਨੂੰਨ ਨੂੰ ਜੋ ਲਿਆਂਦਾ ਗਿਆ ਉਸ ਦੇ ਤਹਿਤ। ਤੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਹੋਰ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਉਹ ਤੁਹਾਨੂੰ ਸੁਣਾਉਂਦੇ ਹਾਂ। ਤੇ ਉਹਨਾਂ ਨੇ ਇਹ ਵੀ ਕਿਹਾ ਕਿ COVID-19 ਨੂੰ ਲੈ ਕੇ ਕਾਫੀ ਜ਼ਿਆਦਾ ਕਾਬੂ ਪਾਇਆ ਜਾ ਰਿਹਾ ਹੈ ਤੇ ਇਸ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਕੰਮ ਕੀਤਾ ਜਾ ਰਿਹਾ ਹੈ ਤੇ ਅਣਗਹਿਲੀ ਬਿਲਕੁਲ ਨਾ ਵਰਤੀ ਜਾਵੇ। ਤੇ ਨਾਲ ਹੀ ਜਿਹੜੇ ਬਿਜ਼ਨਸ ਨੇ ਉਹ ਵੇਸਟ ਸਬਸਿਡੀ ਪ੍ਰੋਗਰਾਮ ਦੀ ਵਰਤੋਂ ਕਰ ਸਕਦੇ ਨੇ ਤੇ ਵੱਖੋ ਵੱਖਰੇ ਪ੍ਰੋਗਰਾਮਸ ਦੇ ਤਹਿਤ ਮਦਦ ਲਈ ਜਾ ਸਕਦੀ ਹੈ। Hello everyone, bonjour tout le monde. Before I get started, I want to address the troubling news coming out of Hong Kong. Canada joins the international community in expressing its grave concern
with the passage of national security legislation for Hong Kong by mainland China. After studying the legislation and its impact, Canada will treat exports of sensitive goods to Hong Kong in the same way as those destined for mainland China. Effective immediately, Canada will not permit the export of sensitive military items to Hong Kong. We are also suspending the Canada-Hong Kong extradition treaty and updating our travel advisory for Hong Kong. Canada is a firm believer in the one country, two system framework. We will continue to support the many connections between Canada and Hong Kong while also standing up for its people. In the days and weeks to come, we're also looking at additional measures, including around immigration. Over the last 4 months, Canadians have come together to help each other and keep each other safe. It's taken a lot of hard work and many sacrifices, but it's starting to pay off. We are controlling the spread of the virus. And because the situation continues to improve, we can now pick up where we left off on many of the things we had to put on hold over the spring. As a first step, we're moving forward on 92 infrastructure projects in British Columbia under the Investing in Canada plan. All told, these investments amount to $150 million and will create good, well-paying jobs right across BC. I'd like to thank Premier Horgan for his support and partnership throughout this process. It just goes to show that by working together, we can continue to create jobs and build stronger, healthier communities. This morning, I can announce that our government is taking yet another step to help Canadians get the training and support they need to find good, well-paying jobs. As part of our annual funding, we're investing $40 million over 3 years in the Union Training and Innovation Program. Skilled tradespeople are a vital part of our workforce. They build our towns, our cities, our communities, and they will play an important role as we restart the economy. This pandemic has been an unprecedented challenge for our country. And as I've said right from the start, our response to COVID-19 will evolve as the situation changes. Next week, I'll be hosting a 2-day virtual cabinet retreat. This will be an opportunity to map out our approach going forward to keep Canadians healthy and safe and keep our economy strong. We will also discuss how we can make our country more resilient to potential future waves of the virus. Of course, COVID-19 is not the only challenge that Canada faces, so this retreat will be a chance to move forward on addressing systemic discrimination and systemic racism. Next week, our government will also be releasing an economic and fiscal snapshot. This report, which Minister Morneau will present to Parliament on Wednesday, will give Canadians a picture of where the economy is right now, how our response compares to that of other countries, and what we can expect in the months to come. Speaking of next week, let me also remind people who receive old age security benefits and the guaranteed income supplement that you will see an increase in your benefits this coming week. In May, we announced this one-time boost of $300 for OAS and $200 to the GIS. Together, this means if you get both benefits, you'll receive an additional $500. ਇਸ ਨਾਲ ਹੀ ਅੱਜ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।